साहिब जी। सतनाम थोड़ा मुँह लगे। श्री वाहिगुरु साहिब जी। तिलंग बाणी भगता की। कबीर जी एक ओंकार सतगुर प्रसाद। वेद कतेब इफ्तरा भाई। दिल का फिक्र ना जाए। तुक दम करारी जाओ करहो। हाजिर हजूर खुदाए। बंदे खोज दिल हर रोज। ना फिर परेशानी माहे। यह जो दुनिया से हर मेला। दास्तगिरी नाहे रहा। वाहिगुरु जी का खालसा वाहिगुरु जी की फतेह। कोट ब्रह्मंडा दे मालक जुगो जुग अटल शब्दा अवतार। दसां पातशाहियां दी आत्मक जोत धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़ मिल बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पितर अमृत बाणी की कथा विचार व्याख्या सो सरवण करके लाह प्राप्त करो। तिलंग राग दे विच भगतां दी बाणी प्रारंभ हुई है। जिस दौरान कल आप जी ने कबीर साहब जी के शब्द की शुभ प्रारंभता जो वेद कतेब इफ्तरा पाई यदि कुछ विचार सरवण कीती सी। जिस विच पंडित अते काजी जिन्हों ने सवाल किया कहन लगे जी झगड़ते हुए कबीर जी दे कोल आए। कहंदे दसो कि वेदां दा ध्यान करके परमेश्वर की प्राप्ति हुंदी है ते कि कतीबां करके खुदा की समझ पैंदी है। पंडित कहे जी मैं आंधा हाँ वेदां नूं पढ़ना चंगा है। काजी कहंदा जी साडे धर्म दे विच जो तौरेत अंजील जंबूर कुरान ये 4 किताबां ने इन्हां करके खुदा की प्राप्ति लिखी है। तो उन्हां दा झगड़ा मिटण वास्ते कबीर साहब जी ने पावन शब्द उचार के उन्होंने उपदेश बख्शिया। संतन दो राधे संतां ने दोवें रद्द कर दिते। कहंदे वेद कतेब इफ्तरा पाई। हे भाई जो हिंदुआं दे 4 वेद अते मुसलमानां दियां 4 किताबां
ਇਹ ਇਫਤਰਾ ਬਣਾਉਤ ਰੂਪ ਹਨ, ਜਾਂ ਇਫਤਰਾ ਜੰਗਲ ਉਜਾੜ ਬੀਆਬਾਨ ਰੂਪ ਨੇ। ਜਿਵੇਂ ਕੋਈ ਅਣਜਾਣ ਪੁਰਖ ਜੰਗਲ ਵਿੱਚ ਆਪਣੀ ਮੰਜ਼ਿਲ ਵਾਲਾ ਰਸਤਾ ਭੁੱਲ ਜਾਂਦਾ, ਤਿਵੇਂ ਜੋ ਵੇਦਾਂ ਦੇ ਵਿੱਚ ਕਰਮ ਕਾਂਡ ਅਤੇ ਕਿਤਾਬਾਂ ਦੇ ਵਿੱਚ ਸ਼ਰਾਧਕ ਦੱਸੀ ਹੋਈ ਹੈ, ਅਗਿਆਨੀ ਜੀਵ ਇਹਨਾਂ ਕਰਮ ਕਾਂਡਾਂ ਅਤੇ ਸ਼ਰਾ ਵਿੱਚ ਹੀ ਭੁੱਲੇ ਫਿਰਦੇ ਹਨ। ਜਾਂ ਇਹ ਸਭ ਕੁਝ ਇਫਤਰਾ ਦਿਖਾਵੇ ਮਾਤਰ ਹੈ। ਦਿਲ ਕਾ ਫਿਕਰ ਨਾ ਜਾਏ, ਇਹਨਾਂ ਨੂੰ ਪੜ੍ਹਨ ਦੇ ਨਾਲ ਮਨ ਦਾ ਫਿਕਰ, ਮਨ ਦਾ ਸੰਸਾ ਨਹੀਂ ਜਾਂਦਾ। ਜਾਂ ਵੇਦ ਅਤੇ ਕਦੇਬ ਇੱਕ ਸ਼ੀਸ਼ੇ ਦੀ ਤਰ੍ਹਾਂ, ਜਿਵੇਂ ਸ਼ੀਸ਼ਾ ਮੂੰਹ 'ਤੇ ਲੱਗੀ ਕਾਲਖ ਤਾਂ ਦਿਖਾ ਦਿੰਦਾ, ਪਰ ਉਹ ਸਾਫ਼ ਨਹੀਂ ਕਰ ਸਕਦਾ। ਸਾਫ਼ ਬੰਦੇ ਨੂੰ ਆਪ ਦੇ ਯਤਨ ਨਾਲ ਹੀ ਕਰਨਾ ਪਊਗਾ। ਪਾਣੀ ਲੈ ਕੇ ਤੇ ਸਾਬਣ ਨਾਲ ਮੂੰਹ ਧੋਣਾ ਪਏਗਾ। ਸ਼ੀਸ਼ੇ ਨੇ ਦਿਖਾ ਦਿੱਤਾ, ਪਰ ਸਾਫ਼ ਯਤਨ ਨਾਲ ਹੋਇਆ। ਇੰਝ ਇਹ ਵੇਦ ਦੇ ਕਿਤਾਬ ਬੰਦੇ ਨੂੰ ਦੱਸ ਦਿੰਦੇ ਨੇ ਵੀ ਆਹ ਕੰਮ ਚੰਗਾ ਮਾੜਾ। ਹੁਣ ਕਰਨਾ ਤਾਂ ਬੰਦੇ ਨੇ, ਮਾੜੇ ਕੰਮ ਕਰੂਗਾ ਨਰਕਾਂ 'ਚ ਪਾਊਗਾ, ਚੰਗੇ ਕਰੇਗਾ ਸਵਰਗਾਂ ਨੂੰ ਜਾਏਗਾ। ਤੇ ਪਰ ਇਹ ਜਿਹੜੇ ਵੇਦ ਤੇ ਕਿਤਾਬ ਨੇ, ਇਹਨਾਂ ਦੇ ਪੜ੍ਹਨ ਦੇ ਨਾਲ ਦਿਲ ਕਾ ਫਿਕਰ ਨਾ ਜਾਏ, ਸੰਸਾ ਨਹੀਂ ਜਾਂਦਾ। ਦਿਲ ਦਾ ਫਿਕਰ, ਚਿੰਤਾ ਨਹੀਂ ਜਾਂਦੀ। ਫਿਰ ਹੁਣ ਕੀ ਕਰੀਏ? ਕਹਿੰਦੇ ਟੁੱਕ ਦਮ ਕਰਾਰੀ ਜੋ ਕਰੋ। ਜੇਕਰ ਥੋੜ੍ਹੇ ਜਿਹੇ ਸਵਾਸ ਵੀ ਮਨ ਦੀ ਬਿਰਤੀ ਨੂੰ ਰੋਕਣਾ ਕਰੋਗੇ ਤਾਂ ਹਾਜ਼ਰ ਹਜ਼ੂਰ ਖੁਦਾਏ, ਉਹ ਖੁਦਾ ਪਰਮੇਸ਼ਰ ਸਾਹਮਣੇ ਨੇੜੇ ਤੋਂ ਵੀ ਨੇੜੇ ਮੌਜੂਦ ਹੈ। ਉਹ ਤੁਹਾਨੂੰ ਨੇੜੇ ਤੋਂ ਨੇੜੇ ਸਾਹਮਣੇ ਹੋ ਕੇ ਪ੍ਰਗਟ ਹੋ ਜਾਵੇਗਾ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼। ਇਹ ਪੁਰਸ਼ਾ, ਤੂੰ ਨਿਤਾ ਪ੍ਰਤੀ ਆਪਣੇ ਮਨ ਦੇ ਵਿੱਚ ਹੀ ਪਰਮੇਸ਼ਰ ਦੀ ਭਾਲ ਕਰ, ਤਾਂ ਨਾ ਫਿਰ ਪਰੇਸ਼ਾਨੀ ਮਾਹੇ ਤੈਨੂੰ ਮੁੜ ਕੇ ਪਰੇਸ਼ਾਨਗੀ, ਹੈਰਾਨਗੀ, ਘਬਰਾਹਟ ਦੇ ਵਿੱਚ ਨਹੀਂ ਪੈਣਾ ਪਵੇਗਾ। ਉਂਝ ਇਹ ਜੋ ਦੁਨੀਆ ਸਿਹਰ ਮੇਲਾ ਹੈ, ਜਿਹੜੀ ਦੁਨੀਆ ਸ੍ਰਿਸ਼ਟੀ ਹੈ, ਇਹ ਜਾਦੂਗਰ ਦੇ ਇਕੱਠ ਦੀ ਤਰ੍ਹਾਂ ਹੈ। ਭਾਵ ਜਿਵੇਂ ਜਾਦੂਗਰ ਤਮਾਸ਼ੇ ਵਿੱਚ ਅਨੇਕ ਤਰ੍ਹਾਂ ਦੇ ਪਦਾਰਥ, ਜਾਨਵਰ ਆਦਿਕ ਬਣਾ ਕੇ ਦਿਖਾ ਦਿੰਦਾ ਹੈ, ਪਰ ਜਾਣ ਲੱਗਿਆਂ ਦਸਤਗੀਰੀ ਨਾ ਹੈ। ਹੱਥਾਂ ਦੇ ਵਿੱਚ ਪਕੜ ਕੇ ਇਹਨਾਂ ਪਦਾਰਥਾਂ 'ਚੋਂ ਕੋਈ ਵੀ ਨਹੀਂ ਨਾਲ ਲੈ ਕੇ ਜਾਂਦਾ। ਉਹ ਜਿਸ ਤਰ੍ਹਾਂ ਦੀ ਟਿੰਡ ਫੌੜੀ ਲੈ ਕੇ ਆਇਆ ਸੀ, ਉਸ ਤਰ੍ਹਾਂ ਦੀ ਡੰਡੇ 'ਤੇ ਪਾ ਕੇ ਗਾਂਹ ਜਾਂਦਾ। ਜਿੰਨੇ ਮਰਜ਼ੀ ਰੁਪਈਏ ਕੱਢ ਕੇ ਦਿਖਾਏ, ਬੰਦਿਆਂ ਦੇ ਵਿੱਚੋਂ ਨੋਟ ਕੱਢ ਕੇ ਦਿਖਾਏ, ਕਾਗਜ਼ਾਂ ਤੋਂ ਕਬੂਤਰ ਬਣਾ ਕੇ ਦਿਖਾਏ, ਪਰ ਜਾਂਦੀ ਬਾਕੀ ਥੇਲੀ ਪੌਲੀ ਇਕੱਠੀ ਕਰਦਾ। ਇਉਂ ਪਰਮੇਸ਼ਰ ਰੂਪ ਜਾਦੂਗਰ ਨੇ ਇਹ ਸੰਸਾਰ ਰੂਪ ਤਮਾਸ਼ੇ ਵਿੱਚ ਬਹੁਤ ਕੁਝ ਦਿਖਾ ਦਿੱਤਾ ਹੈ, ਪਰ ਲੋਕ ਨੂੰ ਲਿਜਾਣ ਵਾਸਤੇ ਹੱਥ ਦੇ ਵਿੱਚ ਪਕੜਨ ਨੂੰ ਕੋਈ ਚੀਜ਼ ਨਹੀਂ ਹੁੰਦੀ। ਇਹ ਜਿੰਨਾ ਵੀ ਰੌਣਕ ਮੇਲਾ ਹੈ, ਜਿੰਨੇ ਵੀ ਪੈਸੇ ਪੂਸੇ ਆਪਾਂ ਇਕੱਠੇ ਕਰਦੇ ਹਾਂ, ਇਹ ਸਭ ਬੰਦਾ ਵੇਖ ਕੇ ਹੀ ਖੁਸ਼ ਹੋ ਹੀ ਜਾਂਦਾ। ਕਈ ਮੇਰੇ ਵਰਗੇ ਕੰਜੂਸ ਬੈਂਕਾਂ ਭਰੀ ਜਾਂਦੇ ਨੇ, ਕੋਈ ਪੈਲੀ ਲਈ ਜਾਂਦਾ ਹੈ, ਕੋਈ ਗੱਡੀਆਂ ਮੋਟਰਾਂ ਲਈ ਜਾਂਦਾ, ਕੰਮ ਕਿਸੇ ਦੇ ਵੀ ਨਹੀਂ ਆਉਂਦੇ। ਜਾਂਦੀ ਬਾਕੀ ਚੱਲੇ ਜਵਾਰੀ ਦੋਏ ਹੱਥ ਚਾਰ,
ਦੋਨੇ ਹੱਥ ਝਾੜ ਕੇ ਜਵਾਰੀ ਦੀ ਤਰ੍ਹਾਂ ਖਾਲੀ ਹੱਥ ਪਰਲੋਕ ਨੂੰ ਜਾਣਾ ਪਵੇਗਾ। ਪੱਲੇ ਕੁਛ ਵੀ ਨਹੀਂ ਪਏਗਾ, ਕਿਉਂਕਿ ਪਾਤਸ਼ਾਹ ਦਾ ਬਚਨ ਹੈ, ਨਾ ਕੋ ਲੈ ਆਇਓ ਇਹੋ ਧਨ, ਨਾ ਕੋ ਲੈ ਜਾਤ, ਰਾਵਣ ਹੋਂ ਤੇ ਅਧਿਕ ਛਤਰਪਦ ਖਿਨ ਮੈਂ ਗਏ ਬਲਾਤ। ਸੋਇਨ ਲੰਕਾ ਸੋਇਨ ਮਾੜੀ, ਸੰਪੈ ਕਿਸੇ ਨਾ ਕੇਰੀ। ਭਾਵੇਂ ਲੰਕਾ ਸੋਹਣੇ ਦੀ ਬਣਾ ਲਏ, ਮਹਿਲ ਮਾੜੀਆਂ ਦੇ ਵਿੱਚ ਸੋਨੇ ਦੀ ਚਿੱਤਰਕਾਰੀ ਕਰ ਲਵੇ, ਪਰ ਇਹ ਸੰਪੈ ਜ਼ਮੀਨ ਜਾਇਦਾਦ ਪ੍ਰੋਪਰਟੀ ਦੇ ਵਿੱਚੋਂ ਕੁਛ ਵੀ ਬੰਦੇ ਦਾ ਆਪਣਾ ਨਹੀਂ ਹੈ। ਜਿੰਨੇ ਮਰਜ਼ੀ ਬੈਡਰੂਮ ਬਣਾ ਲਏ, ਪਰ 3.5 ਹਾਥ ਤੇਰੀ ਸੀਮਾ ਜਿਹੜੀ ਜਗ੍ਹਾ ਹੈ ਉਹ 3.5 ਹਾਥ ਹੀ ਕੰਮ ਆਉਣੀ ਹੈ। ਕੋਈ ਡਬਲ ਬੈੱਡ, ਕੋਈ ਗੱਦਾ, ਕੋਈ ਬੈਡਰੂਮ ਕੰਮ ਨਹੀਂ ਆਉਣਾ। ਅਗਲਾ ਚੁੱਕ ਕੇ ਬਾਹਰ ਮਾਰਨਾ, ਵਿਹੜੇ ਦੇ ਵਿੱਚ ਹੀ ਰੋ ਧੋ ਕੇ ਘੜੀ ਘੰਟਾ ਪਿੱਟ ਸਿਆਪਾ ਕਰਕੇ ਮੋਢੇ ਤੇ ਚੁੱਕ ਕੇ ਤੇ ਗਾਂਹ ਜਾਣਾ, ਪੱਲੇ ਕੱਛ ਵੀ ਨਹੀਂ ਪੈਣਾ। ਇਹ ਬਾਜੀਗਰ ਦੇ ਤਮਾਸ਼ੇ ਦੀ ਤਰ੍ਹਾਂ ਹੈ। ਵੇਖਣ ਨੂੰ ਬਹੁਤ ਕੁਝ ਹੈ, ਪਰ ਹੈ ਕੁਛ ਨਹੀਂ। ਇਹ ਕਬੀਰ ਸਾਹਿਬ ਜੀ ਨੇ ਰਹਾਉ ਦੀ ਪੰਕਤੀ ਤੱਕ ਆਪਾਂ ਨੂੰ ਸ਼ੁਭ ਉਪਦੇਸ਼ ਬਖਸ਼ਿਆ ਸੀ। ਆਓ ਬਾਕੀ ਰਹਿੰਦਾ ਸ਼ਬਦ ਸਰਵਣ ਕਰੋ, ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰੋਗ ਪੜ ਪੜ ਖੁਸ਼ੀ ਹੋਏ। ਸਭ ਲੋਕ ਕਿਤਾਬਾਂ ਦੇ ਵਿੱਚੋਂ ਝੂਠੀਆਂ ਗੱਲਾਂ ਪੜ੍ਹ ਪੜ੍ਹ ਕੇ ਖੁਸ਼ ਹੁੰਦੇ ਹਨ ਕਿ ਮਰਨ ਤੋਂ ਬਾਅਦ ਬਹਿਸ਼ਤਾਂ ਦੇ ਵਿੱਚ ਹੂਰਾਂ ਮਿਲਣਗੀਆਂ, ਕਾਬਲ ਦੇ ਮੇਵੇ ਅਤੇ ਅੰਗੂਰਾਂ ਦੀ ਸ਼ਰਾਬ ਮਿਲੇਗੀ। ਖਬਰ ਬਾਦ ਬਕਾ ਹੈ, ਪਰ ਉਹ ਖਬਰ ਤੋਂ ਬਿਨਾਂ ਹਨ, ਪੱਕਾ ਪਤਾ ਨਹੀਂ ਹੈ। ਵਿਅਰਥੀ ਝਗੜਿਆਂ ਨੂੰ ਬੋਲਦੇ ਨੇ, ਭਾਵ ਬਿਨਾਂ ਪਤੇ ਤੋਂ ਹੀ ਝਗੜਾ ਕਰਦੇ ਹਨ। ਪਤਾ ਪੁਤਾ ਕਿਸੇ ਨੂੰ ਹੈ ਨਹੀਂ ਹੈ ਤੇ ਫਜ਼ੂਲ ਦਾ ਝਗੜਾ ਕਰਦੇ ਨੇ। ਉਹ ਕਹਿੰਦਾ ਸਾਡਾ ਬਾਬਾ ਬੜਾ ਪੂਰਾ, ਦੂਜਾ ਕਹਿੰਦਾ ਸਾਡਾ ਬਾਬਾ ਬੜਾ ਪੂਰਾ ਹੈ। ਜਿਵੇਂ ਐਬਟਾਬਾਦ ਦੇ ਵਿੱਚ ਬਾਬੂ ਸਾਮਣ ਸਿੰਘ ਆਪਣੇ ਸੇਵਕਾਂ ਨੂੰ ਇਤਿਆਦਿਕ ਉਪਦੇਸ਼ ਦੇ ਰਹੇ ਸਨ ਕਿ ਉੱਥੇ ਕਰੋੜਾਂ ਹੀ ਸੂਰਜਾਂ ਦਾ ਪ੍ਰਕਾਸ਼ ਹੈ। ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ ਨੇ ਬਾਬੂ ਸਾਮਣ ਸਿੰਘ ਦੀ ਹੱਥ ਵਾਲੀ ਘੜੀ ਚੁੱਕ ਕੇ ਉਹਨਾਂ ਦੇ ਆਸਣੇ ਹੇਠ ਰੱਖ ਦਿੱਤੀ। ਉਹ ਜਦ ਉਹਨਾਂ ਨੇ ਆਪ ਦੀ ਘੜੀ ਟਾਈਮ ਵੇਖਣ ਲਈ ਲੱਭਣਾ ਕੀਤੀ ਤਾਂ ਉਹਨਾਂ ਨੂੰ ਨਾ ਦਿਸੇ। ਆਪ ਦੇ ਸੇਵਕਾਂ ਨੂੰ ਪੁੱਛਿਆ ਤਾਂ ਭਾਈ ਸਾਹਿਬ ਜੀ ਨੇ ਮੁਸਕਰਾ ਕੇ ਕਿਹਾ ਕਿ ਤੁਹਾਨੂੰ ਤਾਂ ਕਰੋੜਾਂ ਸੂਰਜ ਦਿਸਦੇ ਨੇ, ਘੜੀ ਕਿਉਂ ਨਹੀਂ ਦਿਖਦੀ? ਇਉਂ ਕਹਿ ਕੇ ਆਸਣੇ ਹੇਠੋਂ ਚੁੱਕ ਕੇ ਘੜੀ ਫੜਾਤੀ। ਤਾਂ ਬਾਬੂ ਸਾਮਣ ਸਿੰਘ ਬੜਾ ਸ਼ਰਮਿੰਦਾ ਹੋਇਆ, ਕਿਉਂਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਤੇ ਬਾਬੂ ਸਾਮਣ ਸਿੰਘ ਜੀ ਹਮ ਜਮਾਤੀ ਸਨ। ਬਾਬੂ ਸਾਮਣ ਸਿੰਘ ਜੀ ਰਾਧਾ ਸੁਆਮੀ ਦੇ ਗੁਰੂ ਨੇ ਤੇ ਬਾਬਾ ਭਾਈ ਰਣਧੀਰ ਸਿੰਘ ਸਾਹਿਬ ਜੀ ਉਹਨਾਂ ਦੇ ਨਾਮ ਦੇ ਅਖੰਡ ਕੀਰਤਨੀ ਸੰਪਰਦਾ ਚੱਲਦੀ ਹੈ, ਜੋ ਕਿ ਬੜਾ ਮਨੋਹਰ ਗੁਰਬਾਣੀ ਦਾ ਕੀਰਤਨ ਕਰਦੇ ਨੇ। ਸਾਰੇ ਗ੍ਰਸਤੀ ਸਿੰਘਾਂ ਦੀ ਸੁਸਾਇਟੀ ਹੈ। ਸੋਮਵਾਰ ਤੋਂ ਲੈ ਕੇ ਉਹਨਾਂ ਸ਼ੁੱਕਰ ਸ਼ਨੀਵਾਰ ਤੱਕ ਪੂਰਾ ਤਨਦੇਹੀ ਨਾਲ ਕੰਮ ਕਰਨਾ ਹੈ। ਸ਼ਨੀਵਾਰ ਦੀ ਰਾਤ ਨੂੰ ਰੈਣ ਸਬਾਈ ਕਰਕੇ ਅੰਮ੍ਰਿਤ ਵੇਲੇ ਐਤਵਾਰ ਸਵਖਤੇ ਭੋਗ ਪਾ ਕੇ ਮੁੜ ਕੇ ਫਿਰ ਆਪਣਾ ਆਰਾਮ ਕਰੋ ਜਾਂ ਕੋਈ ਘਰ ਦੇ ਕੰਮਾਂ ਦੇ ਵਿੱਚ
ਇਉਂ ਸਾਰੇ ਗ੍ਰਸਤੀ ਸਿੰਘ ਸਤਸੰਗਤ ਦਾ ਲਾਭ ਖੱਟਦੇ ਨੇ। ਭਾਈ ਰਣਧੀਰ ਸਿੰਘ ਜੀ ਬੜੇ ਨਾਮ ਅਭਿਆਸੀ ਚੜ੍ਹਦੀ ਕਲਾ ਵਾਲੇ ਗੁਰਮੁਖ ਹੋਏ। ਸੋ ਇੰਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਸਿੱਖਿਆ ਦਿੱਤੀ ਹੈ। ਇੱਕ ਪਖੰਡੀ ਸੰਤ ਜੋ ਲਾਹੌਰ ਦੇ ਵਿੱਚ ਇੰਜ ਹੀ ਝੂਠ ਬੋਲਦਾ ਸੀ ਕਿ ਮੈਨੂੰ ਬੜਾ ਪ੍ਰਕਾਸ਼ ਦਿਖਦਾ ਹੈ, ਤਾਂ ਮਹਾਰਾਜ ਸਾਹਿਬ ਨੇ ਭਾਈ ਮਰਦਾਨੇ ਜੀ ਨੂੰ ਕਹਿ ਕੇ ਉਹਦੀ ਪੈਸੇ ਵਾਲੀ ਸੰਦੂਕੜੀ ਉਹਦੀ ਪਿੱਠ ਪਿੱਛੇ ਰਖਾਤੀ। ਮੁੜ ਕੇ ਉਹ ਲੱਭੇ, ਜਦ ਅੱਖਾਂ ਖੋਲੀਆਂ ਤੇ ਮਹਾਰਾਜ ਕਹਿੰਦੇ ਮਗਰ ਪਾਛੈ ਕਾਸ਼ ਨਾ ਸੂਝੈ। ਇਹ ਬ੍ਰਾਹਮਣ ਜੀ, ਇਹ ਮਹਾਤਮਾ ਜੀ, ਤੁਹਾਨੂੰ ਆਪਦੇ ਪਿੱਠ ਪਿੱਛੇ ਪਈ ਸੰਦੂਕੜੀ ਤਾਂ ਦਿਖਦੀ ਨਹੀਂ ਹੈ, ਗੱਲਾਂ ਮਾਰਦੇ ਹੋ ਪਰਲੋਕ ਦੀਆਂ, ਸਵਰਗਾਂ ਦੀਆਂ, ਕਿ ਉੱਥੇ ਆ ਹੈ ਉੱਥੇ ਆਓ ਹੈ। ਇਹੋ ਪਦ ਮੰਨ ਲਓ। ਇਹ ਬੜੀ ਅਚਰਜ ਬਾਤ ਹੈ ਕਿ ਪਿੱਠ ਪਿੱਛੇ ਪਈ ਚੀਜ਼ ਦਾ ਤੁਹਾਨੂੰ ਪਤਾ ਨਹੀਂ, ਤੇ ਉਹ ਕਹਿਣਾ ਮੈਨੂੰ ਬੜਾ ਪ੍ਰਕਾਸ਼ ਹੈ। ਇਉਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਹੈ ਕਿ ਦਰੋਗ ਪੜ ਪੜ ਖੁਸ਼ੀ ਹੋਏ। ਇਹ ਕਾਜੀ ਤੁਸੀਂ ਲੋਕਾਂ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਉਣ ਲਈ ਝੂਠੀਆਂ ਗੱਲਾਂ ਪੜ ਪੜ ਕੇ ਪ੍ਰਸੰਨਤਾ ਦੇ ਸਹਿਤ ਹੁੰਦੇ ਹੋ, ਲੋਕਾਂ ਨੂੰ ਸੁਣਾਉਂਦੇ ਹੋ। ਬੇਖਬਰ ਬਾਤ ਬਕਾਏ ਤੇ ਪਰਮੇਸ਼ਰ ਦੀ ਦਰਗਾਹ ਸਰੂਪ ਦੇ ਵੱਲੋਂ ਬੇਖਬਰ ਬੇਸਮਝ ਹੋਣ ਕਰਕੇ ਵਿਅਰਥ ਹੀ ਬਕਵਾਸ ਮਾਰਦੇ ਹੋ, ਵਿਅਰਥ ਬੋਲ ਬਾਣੀ ਬੋਲਦੇ ਹੋ, ਪਰ ਲੋਕ ਵੱਲੋਂ ਬੇਖਬਰ ਹੋ ਕੇ ਝਗੜਾ ਉੱਥੋਂ ਦਾ ਪਾ ਕੇ ਬੈਠੇ ਹੋਏ ਹੋ। ਪਤਾ ਧੇਲੇ ਦਾ ਨਹੀਂ ਤੇ ਝਗੜਦੇ ਹੋ ਧਰਮ ਦੇ ਨਾਮ 'ਤੇ। ਅੱਜ ਕੱਲ੍ਹ ਇਹੀ ਕੁਛ ਹੋ ਰਿਹਾ। ਮੇਰੇ ਵਰਗਾ ਬੁੱਧੂ ਬੰਦਾ ਵੀ ਉਹ 10 ਰੁਪਈਏ ਨੈੱਟ ਦੇ ਪਵਾ ਕੇ ਫੇਸਬੁੱਕ ਖੋਲ੍ਹ ਕੇ ਸ਼ੇਰ ਬਣ ਜਾਂਦਾ, ਪਤਾ ਧੇਲੇ ਦਾ ਵੀ ਨਹੀਂ, ਤੇ ਨਿੰਦਿਆ ਕਰਨ ਲੱਗ ਪੈਣਾ ਵੀ ਫਲਾਣੇ ਨੇ ਆਹ ਬੋਲਿਆ, ਫਲਾਣੇ ਨੇ ਉਹ ਬੋਲਿਆ। ਦਸਮ ਗ੍ਰੰਥ ਦੇ ਭਾਵੇਂ ਦਰਸ਼ਨ ਨਾ ਕੀਤੇ ਹੋਣ, ਬਚਿੱਤਰ ਨਾਟਕ ਪੜ੍ਹਿਆ ਨਾ ਹੋਵੇ, ਜੋ ਕਲਗੀਧਰ ਮਹਾਰਾਜ ਨੇ 24 ਅਵਤਾਰਾਂ ਦੀ ਕਥਾ ਲਿਖੀ ਹੈ, ਉਹਦੇ ਭਾਵੇਂ ਦਰਸ਼ਨ ਨਾ ਕੀਤੇ ਹੋਣ, ਤੇ ਫੇਸਬੁੱਕ 'ਤੇ ਲਾਈਵ ਹੋ ਕੇ ਐਵੇਂ ਗਾਲੀ ਗਲੋਚ ਕਰੀ ਜਾਣਾ, ਐਵੇਂ ਨਿੰਦਿਆ ਚੁਗਲੀ ਕਰੀ ਜਾਣੀ। ਪਤਾ ਕੁਛ ਹੈ ਨਹੀਂ ਵੀ ਮਹਾਰਾਜ ਨੇ ਕੀ ਲਿਖਿਆ ਹੈ। ਉਹਨੇ ਐਂ ਕਿਉਂ ਬੋਲਿਆ ਜੀ, ਉਹਨੇ ਉਹ ਕਿਉਂ ਬੋਲਿਆ ਜੀ। ਫਜ਼ੂਲ ਦੀਆਂ ਬਾਤਾਂ, ਬਿਲਕੁਲ ਵਿਅਰਥ। ਫੇਸਬੁੱਕ ਦੇ ਗਿਆਨੀ, ਯੂਟਿਊਬ ਦੇ ਗਿਆਨੀ, ਅੱਜ ਕੱਲ੍ਹ ਇਹੀ ਕੰਮ ਚੱਲ ਰਿਹਾ। ਜਿੰਨਾ ਟਾਈਮ ਸਾਡੀ ਬਦਕਿਸਮਤੀ ਹੈ, ਅਸੀਂ ਯੂਟਿਊਬ ਜਾਂ ਫੇਸਬੁੱਕ 'ਤੇ ਬਰਬਾਦ ਕਰਦੇ ਹਾਂ, ਜਾਂ ਝਗੜਿਆਂ ਦੇ ਵਿੱਚ ਆਪਦਾ ਮਗਜ ਮਾਰਦੇ, ਦਿਮਾਗ ਖਰਾਬ ਕਰਦੇ ਹਾਂ। ਪਹਿਲਾਂ ਬੰਦਾ ਗੱਲ ਬੋਲ ਬੈਠਦਾ ਤੇ ਫਿਰ ਕੋਰਟ ਕਚਹਿਰੀਆਂ ਦੇ ਚੱਕਰ ਵੀ ਘੁੰਮਣੇ ਪੈਂਦੇ, ਪੈਸੇ ਦੀ ਬਰਬਾਦੀ, ਸਮੇਂ ਦੀ ਬਰਬਾਦੀ। ਕਿੰਨਾ ਚੰਗਾ ਹੋਵੇ ਜੇ 4-5 ਘੰਟੇ ਮੋਬਾਈਲ 'ਤੇ ਬਰਬਾਦ ਕਰਨ ਦੀ ਬਜਾਏ ਘੱਟੋ ਘੱਟ ਬੰਦਾ ਅੱਧਾ ਘੰਟਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੀ ਕਰ ਲਏ। ਹੋਰ ਕੁਛ ਨਹੀਂ ਹੁੰਦਾ, ਸਿਰਫ ਅੱਧਾ ਘੰਟਾ। ਜੇ 4 ਜਾਂ 5 ਜਾਂ 10 ਅੰਗੀ ਪੜ੍ਹ ਲਏ ਤਾਂ ਵੀ ਸਾਲ 6 ਮਹੀਨਿਆਂ ਬਾਅਦ ਭੋਗ ਪੈ ਜਾਂਦਾ ਹੈ। ਕੁਛ ਵੀ ਨਹੀਂ ਹੁੰਦਾ, ਘੜੀ ਬੰਦਾ ਆਰਾਮ ਹੀ ਕਰ ਲਏ, ਦਿਮਾਗ ਰਿਲੈਕਸ ਹੋ ਕੇ ਤੇ ਕੋਈ ਸੁਖਮਨੀ ਸਾਹਿਬ ਦਾ ਨਿਤਨੇਮ ਕਰਨ ਨੂੰ ਜੀ ਕਰਦਾ। ਜਿਹਨੇ 5 ਘੰਟੇ ਮੋਬਾਈਲ 'ਤੇ ਮਗਜ ਮਾਰਿਆ, ਅੱਖਾਂ ਰਹਿ ਜਾਂਦੀਆਂ, ਉਹ ਸੁਖਮਨੀ ਸਾਹਿਬ ਦਾ ਪਾਠ ਕੀ ਕਰੂਗਾ? ਬਿਲਕੁਲ ਨਹੀਂ। ਉਹ ਕੰਮ ਤਮਾਮ ਹੋ ਜਾਂਦਾ। ਝਗੜੇ ਕਰਨ ਵਾਲੇ ਦਾ ਦਿਮਾਗ ਤਾਂ ਪਹਿਲਾਂ ਹੀ ਖਰਾਬ ਹੋਇਆ ਪਿਆ, ਉਹਦੀ ਸ਼ਾਂਤੀ ਤਾਂ ਪਹਿਲਾਂ ਹੀ ਭੰਗ ਹੋਈ ਪਈ ਹੈ। ਦੱਸੋ ਪਾਠ ਕੀ ਕਰੂਗਾ, ਨਾਮ ਕੀ ਜਪੂਗਾ? ਇਉਂ ਭਾਵੇਂ ਕੋਈ ਸਿੱਖ ਹੈ ਤੇ ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ,
ਸਭ ਝਗੜਿਆਂ ਦੇ ਵਿੱਚ ਪਏ ਹੋਏ ਹਨ। ਧੁਰ ਕੀ ਬਾਣੀ ਤਾਂ ਸੱਚੀ ਹੈ, ਇਹਨੂੰ ਪੜ੍ਹਦਾ ਕੌਣ ਹੈ? ਕੋਈ ਨਹੀਂ ਪੜ੍ਹਦਾ, ਸਭ ਝੂਠ ਵੱਢਣ 'ਚ ਲੱਗੇ ਹੋਏ ਨੇ। ਇੱਧਰੋਂ ਸੁਣ ਲਿਆ ਉੱਧਰ ਕਰ ਲਿਆ, ਉੱਧਰੋਂ ਸੁਣ ਲਿਆ ਇੱਧਰ ਕਰ ਲਿਆ, ਇੱਕ ਦੂਜੇ ਦੀ ਨਿੰਦਿਆ ਚੁਗਲੀ, ਬਸ ਇਹੀ ਕੰਮ ਰਹਿ ਗਿਆ। ਤੋ ਇਸ ਵਾਸਤੇ ਕਬੀਰ ਜੀ ਕਹਿੰਦੇ, ਕਾਜੀ ਸਾਹਿਬ ਤੂੰ ਝੂਠ ਬੋਲਦਾ ਹੈ ਲੋਕਾਂ ਨੂੰ ਠੱਗਣ ਵਾਸਤੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਬਚਨ ਹੈ, ਧਨਾਸਰੀ ਮਹੱਲਾ ਪਹਿਲਾ। ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਢਬ। ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਕਲ ਮੈਂ ਰਾਮ ਨਾਮ ਸਾਰ, ਅਖੀਤਾ ਮੀਟੈ ਨਾਗ ਪਕੜੈ, ਠੱਗਣ ਕੋ ਸੰਸਾਰ। ਦੁਨੀਆ ਨੂੰ ਠੱਗਣ ਵਾਸਤੇ ਲੱਕ ਬੰਨਿਆ ਹੋਇਆ ਹੈ, ਸਭ ਝੂਠ ਚੱਲ ਰਿਹਾ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਦਰੋਗ ਪਾੜ ਪਾੜ ਖੁਸ਼ੀ ਹੋਏ। ਇਹ ਕਾਜੀ ਤੂੰ ਲੋਕਾਂ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਉਣ ਲਈ ਝੂਠੀਆਂ ਗੱਲਾਂ ਪੜ੍ਹ ਪੜ੍ਹ ਕੇ ਪ੍ਰਸੰਨਤਾ ਦੇ ਸਹਿਤ ਹੁੰਦਾ ਹੈ। ਹਰ ਪਰਮੇਸ਼ਰ ਦੀ ਦਰਗਾਹ ਸਰੂਪ ਦੇ ਵੱਲੋਂ ਬੇਸਮਝ ਹੋਣ ਕਰਕੇ ਵਿਅਰਥੀ ਬਕਵਾਸ ਮਾਰਦਾ ਹੈ, ਜਾਂ ਪਰਲੋਕ ਵੱਲੋਂ ਬੇਖਬਰ ਹੋ ਕੇ ਉੱਥੋਂ ਦਾ ਝਗੜਾ ਕਰਦਾ ਹੈ। ਸੱਚ ਖਾਲਕ ਖਾਲਕ ਮਿਆਨੇ, ਸਿਆਮ ਮੂਰਤ ਨਾਹੀ। ਹਕ ਸੱਚ ਖਾਲਕ ਖਾਲਕ ਮਿਆਨੇ। ਹਕ ਸੱਚਾ ਖਾਲਕ ਅਕਾਲ ਪੁਰਖ ਸੱਚ ਨਿਸ਼ਚੈ ਕਰਕੇ ਖਲਕ ਦੁਨੀਆ ਦੇ ਵਿੱਚ ਪਰਿਪੂਰਨ ਹੈ, ਭਾਵੇਂ ਸੰਸਾਰ ਦੇ ਵਿੱਚ ਹੀ ਵਸਦਾ ਹੈ। ਮਹੱਲਾ ਪੰਜਵਾ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾਹੇ। ਉਹ ਕ੍ਰਿਸ਼ਨ ਜੀ ਵਾਂਗ ਸਿਆਮ ਮੂਰਤ ਨਹੀਂ ਹੈ, ਨਾ ਸੰਖੰ ਨਾ ਚੱਕਰੰ ਨਾ ਗਦਾ ਨਾ ਸਿਆਮੰ। ਆਸ਼ਚਰਜ ਰੂਪੰ ਰਹੰਤ ਜਨਮੰ। ਜਿਵੇਂ ਬਦਾਮਾਂ ਦੇ ਉੱਪਰਲੀ ਛਿੱਲ ਦੇ ਵਿੱਚ ਬਦਾਮ ਰੋਗਨ ਨਹੀਂ ਹੁੰਦਾ, ਲਾਲ ਛਿੱਲ ਵਾਲੀ ਗਰੀ ਦੇ ਵਿੱਚ ਵੀ ਨਹੀਂ ਹੁੰਦਾ, ਅਤੇ ਚਿੱਟੀ ਗਰੀ ਵਿੱਚ ਵੀ ਬਦਾਮ ਰੋਗਨ ਨਹੀਂ ਦਿਖਦਾ। ਪਰ ਜਦ ਰਗੜੀਏ ਤਾਂ ਉਸ ਵਕਤ ਬਦਾਮ ਰੋਗਨ ਪ੍ਰਾਪਤ ਹੁੰਦਾ ਹੈ। ਇੰਜ ਸਥੂਲ ਦੇ ਮੋਟੀ ਛਿੱਲ ਦੀ ਤਰ੍ਹਾਂ ਹੈ, ਸੂਖਮ ਦੇ ਲਾਲ ਛਿੱਲ ਵਾਲੀ ਗਿਰੀ ਦੀ ਤਰ੍ਹਾਂ ਹੈ, ਅਤੇ ਕਾਰਨ ਦੇ ਚਿੱਟੀ ਗਿਰੀ ਦੀ ਤਰ੍ਹਾਂ ਹੈ। ਇਹਨਾਂ ਤਿੰਨਾਂ ਦੇਹਾਂ ਦੇ ਅਭਿਮਾਨ ਨੂੰ ਤਿਆਗ ਕੇ ਨਿਸ਼ਚੇ ਰੂਪ ਸੁਨਹਿਰੇ ਵਿੱਚ ਪਾ ਕੇ ਅਭਿਆਸ ਕਰਨ ਨੂੰ ਪ੍ਰਗਟ ਨਾ ਕਰੇ, ਫਿਰ ਪਰਮੇਸ਼ਰ ਰੂਪ ਬਦਾਮ ਰੋਗਨ ਪ੍ਰਾਪਤ ਹੁੰਦਾ ਹੈ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹ ਸਿਆਮ ਮੂਰਤ ਨਾ ਹੈ। ਕਹਿੰਦੇ ਕ੍ਰਿਸ਼ਨ ਵਰਗੀ ਉਹਦੀ ਸਿਆਮ ਮੂਰਤ ਨਹੀਂ ਹੈ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ। ਰੂਪ ਨਾ ਰੇਖ ਨਾ ਰੰਗ ਕਿਛ, ਸੋ ਰੂਪ ਨਾ ਰੇਖ ਨਾ ਪੰਜ ਤਤ ਠਾਕੁਰ ਬਨਾਸ। ਨਾ ਤਾਂ ਪੰਜਾਂ ਤੱਤਾਂ ਦਾ ਸਰੀਰ ਹੈ, ਨਾ ਕੋਈ ਉਹਦਾ ਗੋਰਾ ਚਿੱਟਾ ਜਾਂ ਸਿਆਮ ਰੰਗ ਹੈ, ਨਾ ਕੋਈ ਮਸ਼ਕਾ ਸਾਧਕ ਉਹਦੀ ਰੇਖਾ ਹੈ। ਅਤੇ
ऐसा अविनाशी अकाल पुरख वाहिगुरु परमात्मा है। श्याम मूरत नाहे, असमान में आने लहांग दरिया। ਹਿਰਦੇ ਰੂਪ ਅਸਮਾਨ ਦੇ ਵਿੱਚ ਦਰਿਆ ਰੂਪ ਜਾਂ ਦਰਵੀਭੂਤ ਪਰਮੇਸ਼ਰ ਨੂੰ ਲੱਖ ਕੇ ਜਾਣ ਕੇ ਗੁਸਲ ਕਰਦਾ ਨ ਬੂਦ। ਗੁਸਲ ਫਾਰਸੀ ਦੇ ਵਿੱਚ ਇਸ਼ਨਾਨ ਦਾ ਨਾਮ ਹੈ। ਗੁਸਲਖਾਨਾ ਇਹ ਪੰਜਾਬੀ ਦਾ ਵਰਡ ਨਹੀਂ ਹੈ। ਅੰਗਰੇਜ਼ੀ 'ਚ ਆਪਾਂ ਬਾਥਰੂਮ ਕਹਿੰਦੇ ਹਾਂ ਅਤੇ ਪੰਜਾਬੀ ਦੇ ਵਿੱਚ ਇਸ਼ਨਾਨ ਘਰ ਹੁੰਦਾ ਹੈ। ਇਹ ਜਿਹੜਾ ਗੁਸਲਖਾਨਾ ਹੈ ਇਹ ਅਰਬੀ ਦਾ ਫਾਰਸੀ ਦਾ ਅੱਖਰ ਹੈ। ਗੁਸਲ ਦਾ ਮਤਲਬ ਹੈ ਸਰਵਣ ਮੰਨਨ ਨਿਧਿਆਸਨ ਰੂਪ ਇਸ਼ਨਾਨ ਕਰਨਾ। ਬੂਧ ਥਾ ਸੀ ਪਰ ਕੀਤਾ ਨਹੀਂ ਹੈ। ਤੋ ਇੰਝ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਅੰਤਸ਼ਕਨ ਰੂਪ ਆਕਾਸ਼ ਦੇ ਵਿੱਚ ਦਰਿਆ ਦੀ ਤਰ੍ਹਾਂ ਦਰਵੀਭੂਤ ਰੂਪ ਪਰਮੇਸ਼ਰ ਨੂੰ ਜਾਣ ਕੇ ਸਰਵਣ ਮੰਨਣ ਦੇ ਆਸਨ ਰੂਪ ਇਸ਼ਨਾਨ ਕਰਨਾ ਤਾਂ ਸੀ, ਪਰ ਤੁਸੀਂ ਕੀਤਾ ਹੀ ਨਹੀਂ। ਅਤੇ ਐਵੇਂ ਮੂਰਤੀਆਂ ਬਣਾ ਬਣਾ ਕੇ ਧੂਪ ਦਿਖਾਉਂਦੇ ਰਹੇ, ਇੱਕ ਦੂਜੇ ਨਾਲ ਲੜਦੇ ਰਹੇ, ਝਗੜਦੇ ਰਹੇ। ਇੱਕ ਕਹਿੰਦਾ ਵੀ ਆਹ ਵੇਖੋ ਕ੍ਰਿਸ਼ਨ ਦੀ ਮੂਰਤੀ ਬਣਾ ਕੇ ਵੀ ਉਹ ਸਿਆਮ ਰੰਗ ਵਾਲਾ ਹੈ, ਦੂਜਾ ਕਹਿੰਦਾ ਉਹ ਆਹ ਵੇਖੋ ਰਾਮ ਹੈ। ਸੋ ਇਉਂ ਸੱਚਾ ਪਰਮੇਸ਼ਰ ਸੱਚੀ ਖਲਕਤ ਗੁਰਮੁਖ ਜਨਾਂ ਦੇ ਹਿਰਦੇ 'ਚ ਸਾਖਿਆਤਕਾਰ ਹੁੰਦਾ, ਪਰ ਉਹ ਕਾਲੀਆਂ ਮੂਰਤੀਆਂ ਜਾਂ ਪਾਪੀਆਂ ਦੇ ਮਨ 'ਚ ਸਾਖਿਆਤ ਨਹੀਂ ਹੁੰਦਾ। ਉਹ ਸਿਆਮ ਮੂਰਤ ਜਾਂ ਵਿਸ਼ਨੂੰ ਆਦਿਕ ਦੇ ਬੁੱਤਾਂ ਵਰਗੀਆਂ ਮੂਰਤੀਆਂ ਵਾਲਾ ਉਹ ਨਹੀਂ ਹੈ। ਉਹਨੂੰ ਤਾਂ ਹਿਰਦੇ ਰੂਪੀ ਆਕਾਸ਼ ਦੇ ਵਿੱਚ ਦਰਵੀਭੂਤ ਜਾਣ ਕਰਕੇ ਦਰਸ਼ਨ ਕਰਨੇ ਸੀ, ਸਰਵਣ ਮੰਨਣ ਇਤਿਹਾਸੋਂ ਨੂੰ ਇਸ਼ਨਾਨ ਕਰਨਾ ਸੀ। ਸੋ ਤੁਸੀਂ ਕੀਤਾ ਨਹੀਂ ਹੈ। ਆਪ ਦੇ ਆਪ ਨੂੰ ਕਰ ਫਕਰ, ਇਹ ਭਾਈ ਫਕਰ ਬਣਾਉਣਾ ਕਰੋ ਅਤੇ ਦਾਇਮ ਹਮੇਸ਼ਾ ਮਨਬਦ ਰੂਪ ਚਸ਼ਮੇ ਨੇਤਰਾਂ ਦੇ ਉੱਤੇ ਗਿਆਨ ਦੇ ਚਸ਼ਮੇ ਐਨਕਾਂ ਲਾ ਕੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਜਿੱਥੇ ਕਿੱਥੇ ਵੀ ਪ੍ਰਗਟ ਹਾਜ਼ਰ ਨਾਜ਼ਰ ਵੇਖਣਾ ਕਰੋ। ਜਿਵੇਂ ਦੂਰਬੀਨ ਲਾਉਣ ਦੇ ਨਾਲ ਪਾਣੀ ਜਰਾਸੀਮ ਹੀ ਦਿਖਦਾ, ਇੰਝ ਗਿਆਨ ਰੂਪ ਚਸ਼ਮੇ ਨਾਲ ਸਾਰੇ ਪਰਮੇਸ਼ਰ ਹੀ ਮੌਜੂਦ ਦਿਖਦਾ ਹੈ। ਸਿਜਦਾ ਸਿਦਕ ਕਰ ਸਿਜਦਾ, ਮਨ ਕਰ ਮਕਸੂਦ, ਜੇ ਤੇਰ ਦੇਖਾਂ ਤੇ ਤੇਰ ਮੌਜੂਦ। ਸੋ ਜਿੱਧਰ ਵੀ ਵੇਖਦੇ ਹਾਂ ਜੈ ਜੈ ਦੇਖਾਂ ਤੇ ਜੋਤ ਤੁਮਾਰੀ, ਤੇਰਾ ਰੂਪ ਕਨੇਹਾ ਇਕਤ ਰੂਪ ਫਿਰੇ ਪ੍ਰਸੰਨਾ, ਕੋਈ ਨਾ ਕਿਸੇ ਹੀ ਜਿਹਾ। ਉਹ ਪਰਮੇਸ਼ਰ ਸੰਗ ਦੋਸ਼ ਕਰਕੇ ਮੈਲਾ ਹੋ ਜਾਂਦਾ ਹੋਵੇਗਾ ਤਾਂ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਇਹ ਭਾਈ ਜਿਹੜਾ ਅੱਲਾਹ ਅਚਰਜ ਸਰੂਪ ਜਾਂ ਲਖਣ ਤੋਂ ਰਹਿਤ ਪਰਮੇਸ਼ਰ ਹੈ, ਇਹ ਪਾਕੰ ਪਾਕ ਹੈ, ਪਵਿੱਤਰ ਤੋਂ ਪਵਿੱਤਰ ਹੈ। ਸੋ ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਬ ਦੇ ਪਾਕ, ਜਿਹੜਾ ਉਹ ਵਾਹਿਗੁਰੂ ਹੈ ਦਿਲਾਂ ਦਾ ਮਾਲਕ ਹੈ। ਉਹ ਤਾਂ ਹਾਕਾ ਮਾਰਿਆ ਭਾਈ ਆਓ ਮੇਰੇ ਵੱਲ ਆਓ, ਅਤੇ ਤੁਸੀਂ ਲੋਕ ਕਤੇਬਾਂ ਦੇ ਝਗੜਿਆਂ 'ਚ ਹੀ ਉਲਝੇ ਹੋਏ ਹੋ। ਤੁਹਾਨੂੰ ਤਾਂ ਝਗੜਿਆਂ ਤੋਂ ਟਾਈਮ ਨਹੀਂ ਮਿਲ ਰਿਹਾ, ਤੁਸੀਂ ਰੱਬ ਨੂੰ ਕਿੱਥੇ ਮਿਲਣਾ ਆਉਣਾ ਦੱਸੋ। ਉਹ ਜਿਹੜਾ ਵਾਹਿਗੁਰੂ ਅੱਲਾਹ ਤਾਲਾ ਕੁਰਾਨ ਤੋਂ ਅਤੇ ਕਤੇਬਾਂ ਤੋਂ ਵੀ ਪਵਿੱਤਰ ਹੈ, ਕਿਉਂਕਿ ਇਹਨਾਂ ਦੇ ਪੜ੍ਹਨ ਵਾਲਾ ਪਾਪ ਕਰ ਰਿਹਾ, ਮੁਰਗੀਆਂ ਦੇ ਗਰਦਨਾਂ ਮਰੋੜ ਰਿਹਾ, ਬੱਕਰਿਆਂ ਨੂੰ ਖੋਹ ਖੋਹ ਕੇ ਮਾਰ ਰਿਹਾ। ਰੱਬ ਇਹ ਥੋੜ੍ਹਾ ਕਹਿੰਦਾ ਵੀ ਜੀਵ ਹੱਤਿਆ ਕਰੋ। ਆਪ ਦਾ ਮਸੀਤ ਦਾ ਕੰਮ ਛੱਡ ਕੇ, ਇਬਾਦਤ ਛੱਡ ਕੇ ਅਤੇ ਪਾਪ ਕਰਮਾਂ ਵਿੱਚ ਲੱਗੇ ਹੋਏ ਨੇ। ਇੱਕ ਦੂਜੇ ਨੂੰ ਸੋ ਵੱਡਾ ਅਤੇ ਛੋਟਾ ਜਨਾਉਣ ਦੇ ਵਿੱਚ, ਮੈਂ ਵੱਡਾ ਤੂੰ ਛੋਟਾ, ਇਉਂ ਝਗੜਿਆਂ ਦੇ ਵਿੱਚ ਲੱਗੇ ਹੋਏ ਨੇ। ਇੱਥੋਂ ਤੱਕ ਵੀ ਧਰਮ ਦੇ ਨਾਂ 'ਤੇ ਜਿੰਨੀਆਂ ਸਾਡੇ ਦੇਸ਼ 'ਚ ਲੜਾਈਆਂ ਹੁੰਦੀਆਂ ਨੇ, ਸ਼ਾਇਦ ਹੀ
ਕਿਸੇ ਹੋਰ ਮੁੱਦੇ 'ਤੇ ਹੁੰਦੀਆਂ ਹੋਣ। ਇਹ ਸਾਡੀ ਰਾਜਨੀਤਿਕ ਪਾਰਟੀਆਂ ਦੀ ਗੰਦੀ ਰਾਜਨੀਤੀ ਹੈ ਕਿ ਉਹ ਧਰਮ ਦੇ ਨਾਂ ਦਾ ਮੁੱਦਾ ਚੁੱਕ ਕੇ ਧਰਮ 'ਤੇ ਲੋਕਾਂ ਨੂੰ ਲੜਾਉਂਦੇ ਨੇ, ਖੂਨ ਬਹਾਉਂਦੇ ਨੇ, ਕਤਲੇਆਮ ਹੁੰਦੇ ਨੇ। ਇਸ ਵਾਸਤੇ ਉਹ ਪਵਿੱਤਰ ਪ੍ਰਮਾਤਮਾ ਉਹਨਾਂ ਲੋਕਾਂ ਕੋਲ ਕਿੱਥੇ ਆਊਗਾ ਜੋ ਧਰਮ ਦੇ ਨਾਂ 'ਤੇ ਝਗੜਾ ਕਰਦੇ ਨੇ। ਬਾਬੇ ਫਰੀਦ ਸਾਹਿਬ ਜੀ ਨੂੰ ਪੁੱਛ ਕੇ ਵੇਖੋ, ਫਰੀਦਾ ਜੋ ਤੈ ਮਾਰਨ ਮੁਕੀਆਂ ਤਿਨਾਂ ਨਾ ਮਾਰੇ ਘੁੰਮ, ਆਪਣੜੇ ਘਰ ਜਾਈਏ ਪੈਰ ਤਨਾਂ ਦੇ ਚੁੰਮ। ਫਰੀਦ ਸਾਹਿਬ ਕਿੰਨੇ ਨਿਮਰਤਾ ਵਾਲੇ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਦੀ ਬੰਦਾ ਨਹੀਂ ਮਾਰਿਆ, ਬੰਦੇ ਦਾ ਸੁਭਾਅ ਮਾਰਤਾ। ਕੌਡੇ ਰਾਖਸ਼ ਨੂੰ ਛੁਰਾ ਨਹੀਂ ਮਾਰਿਆ, ਉਹਦੇ ਬੁਰੇ ਸੁਭਾਅ ਨੂੰ ਖਤਮ ਕਰਕੇ ਉਹਨੂੰ ਅਸਲੀ ਬੰਦਾ ਬਣਾਤਾ। ਇਸ ਤਰੀਕੇ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਕੋਈ ਖੂਨ ਖਰਾਬਾ ਜਾਂ ਝਗੜਾ ਨਹੀਂ ਉਤਪੰਨ ਕੀਤਾ। ਅਤੇ ਬਾਬਾ ਫਰੀਦ ਸਾਹਿਬ ਦੀ ਬਾਣੀ ਵੇਖੋ ਕਿੰਨੀ ਉੱਤਮ ਹੈ। ਅਤੇ ਧਰਮ ਦੇ ਨਾਂ 'ਤੇ ਹਿੰਦੂ ਵੀ ਲੜ ਲਿਆ, ਮੁਸਲਮਾਨ ਵੀ ਲੜਿਆ। ਅਸੀਂ ਸਿੱਖ ਤਾਂ ਦਮਾਲਿਆਂ ਅਤੇ ਗਾਤਰਿਆਂ ਵਾਲੇ ਤਾਂ ਕਿਸੇ ਨੂੰ ਟਿਕਣ ਹੀ ਨਹੀਂ ਦਿੰਦੇ। ਆਪਾਂ ਤਾਂ ਸਿੰਘ ਸਾਹਿਬ ਆ, ਅੰਮ੍ਰਿਤ ਕੀ ਛਕ ਲਿਆ, ਦੁਨੀਆ ਨੂੰ ਵਕਤ ਪਾਤਾ ਵੀ ਸਾਡੇ ਬਰਾਬਰ ਤਾਂ ਕੋਈ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕੀ ਪੜ੍ਹ ਲਈ, ਆ ਵੀ ਨਹੀਂ ਚੰਗਾ, ਉਹ ਵੀ ਨਹੀਂ ਚੰਗਾ, ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਨਹੀਂ। ਬਾਣੀ ਇਹ ਥੋੜ੍ਹੋ ਕਹਿੰਦੀ ਝਗੜਾ ਕਰੋ। ਅਵਲ ਅੱਲ੍ਹਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਪਰਮ ਨ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰੇ ਉਸਰ ਬਿਠਾਈ। ਸਾਡੇ ਮਨ ਨੂੰ ਮੈਲ ਰੱਖ ਲਈ ਹੈ। ਤੋ ਪਰਮਾਤਮਾ ਪਵਿੱਤਰ ਹੈ, ਮੈਲ ਵਾਲੇ ਬੰਦੇ ਕੋਲ ਕਦੀ ਵੀ ਨਹੀਂ ਆਏਗਾ। ਸੋ ਇਸ ਵਾਸਤੇ ਉਹ ਪਰਮਾਤਮਾ ਅੱਲਾਹ ਪਾਕੰ ਪਾਕ ਹੈ। ਅੱਲਾਹ ਪਰਮਾਤਮਾ ਵਾਹਿਗੁਰੂ ਅਚਰਜ ਪਵਿੱਤਰ ਤੋਂ ਪਵਿੱਤਰ ਹੈ। ਮੈਲਾ ਹੋਣ ਦੀ ਸ਼ੰਕਾ ਤਾਂ ਕਰੋ ਜੇ ਉਹਦੇ ਤੋਂ ਬਿਨਾਂ ਦੂਜਾ ਕੋਈ ਹੋਰ ਹੋਵੇ। ਜਦ ਸਾਰੇ ਉਹੀ ਵਿਆਪਕ ਹੈ, ਫਿਰ ਸ਼ੰਕਾ ਕਰਨ ਦੀ ਕੀ ਲੋੜ ਹੈ। ਕਬੀਰ ਸਾਹਿਬ ਜੀ ਆਂਦੇ ਨੇ ਵੀ ਇਹ ਕਰਮ ਕਰਤੱਵ ਭਾਵ ਸੰਸਾਰ ਕਰੀਮ ਕਿਰਪਾਲੂ ਪਰਮਾਤਮਾ ਦਾ ਬਣਾਇਆ ਹੋਇਆ ਜੇ ਸਿੱਖ ਗੁਰੂ ਗੋਬਿੰਦ ਸਿੰਘ ਦੇ ਹਨ ਤੇ ਮੁਸਲਮਾਨ ਕਿੱਥੋਂ ਆਏ ਨੇ ਦੱਸੋ। ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਰੱਬ ਆਂਦੇ ਹੋ ਨਾ, ਤੇ ਮੁਸਲਮਾਨ ਬੰਦੇ ਨੇ ਬਣਾਏ ਨੇ, ਉਹ ਵੀ ਤਾਂ ਰੱਬ ਨੇ ਪੈਦਾ ਕੀਤੇ ਨੇ। ਆ ਹਿੰਦੂ ਕਿੱਥੋਂ ਆਏ ਨੇ। ਜੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਹਾਂ ਜਾਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਤੇ ਫਿਰ ਹਿੰਦੂ ਕਿੱਥੋਂ ਆਏ ਦੱਸੋ। ਜੇ ਆਪਾਂ ਸੱਚਮੁੱਚ ਹੀ ਗੁਰੂ ਨਾਨਕ ਸਾਹਿਬ ਨੂੰ ਭਗਵਾਨ ਮੰਨਦੇ ਹਾਂ, ਬੜਾ ਉੱਚੀ ਉੱਚੀ ਬੋਲਦੇ ਹਾਂ, ਇਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਤੇ ਕੀ ਉਹ ਪਰਮਾਤਮਾ ਨੇ ਨਹੀਂ ਪੈਦਾ ਕੀਤੇ ਹਿੰਦੂ। ਇਹੀ ਗੱਲ ਗੁਰੂ ਤੇਗ ਬਹਾਦਰ ਜੀ ਨੇ ਉਹ ਰੰਗਜੇਬ ਦੇ ਖੋਪਰ 'ਚ ਬਿਠਾਉਣੀ ਚਾਹੀ, ਪਰ ਉਹ ਦਿਮਾਗ ਖਰਾਬ, ਉਹਦੇ ਦਿਮਾਗ 'ਚ ਗੱਲ ਨਹੀਂ ਬੈਠੀ। ਉਹਨੇ ਫੜ ਕੇ ਤੇ ਗੁਰੂ ਸਾਹਿਬ ਦਾ ਸੀਸ ਹੀ ਉਤਾਰਤਾ, ਸਮਝ ਹੀ ਨਹੀਂ ਆਈ ਉਹਨੂੰ। ਫਰੀਦ ਸਾਹਿਬ ਕਹਿੰਦੇ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ, ਮੰਦਾ ਕਿਸ ਨੂੰ ਆਖੀ ਹੈ ਜਦ ਇਸ ਬਿਨ ਕੋਈ ਨਾ ਹੈ। ਅਜੇ ਤੱਕ ਸਾਨੂੰ ਵੀ ਸਮਝ ਨਹੀਂ ਆਈ, ਤਾਂ ਹੀ ਤਾਂ ਆਪਾਂ ਝਗੜਿਆਂ 'ਚ ਪਏ ਹੋਏ ਹਾਂ। ਜਿਹੜੀ ਮਹਾਰਾਜ ਦੀ ਬਾਣੀ ਹੈ ਇਹੀ ਗੱਲ ਸਮਝਾਉਂਦੀ ਹੈ। ਵੇਖੋ ਭਾਈ ਕਨ੍ਹੱਈਆ ਜੀ ਨੇ ਮੁਸਲਮਾਨਾਂ ਦੇ ਵਿੱਚ ਵੀ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਅਤੇ ਉਹਨਾਂ ਨੂੰ ਪਾਣੀ ਪਿਲਾਇਆ ਸੀਗਾ, ਅਤੇ ਗੁਰੂ ਸਾਹਿਬ ਉਹਦੇ 'ਤੇ ਬੜੇ ਪ੍ਰਸੰਨ ਹੋਏ ਸਨ। ਭਗਤ ਰਾਮਾਨੰਦ ਜੀ ਹਿੰਦੂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਭਗਤ ਤਰਲੋਚਨ ਜੀ ਹਿੰਦੂ ਨੇ ਜਿਨ੍ਹਾਂ ਦੀ ਬਾਣੀ ਦਰਜ ਹੈ। ਅਤੇ ਇਸ ਵਾਸਤੇ ਨਹੀਂ ਵੀ ਹਿੰਦੂ ਕੋਈ ਊਂ ਹੀ ਅਰਸ਼ਾਂ ਤੋਂ ਆਪਣੇ ਆਪ ਹੀ ਡਿੱਗ ਪਏ ਥੱਲੇ, ਇਹ ਤਾਂ ਰੱਬ ਦੇ ਹੁਕਮ 'ਚ ਨਹੀਂ ਆ ਜੀ। ਸਭ ਪਰਮਾਤਮਾ ਦੇ ਬੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਕਾਲ ਉਸਤਤ ਪੜ੍ਹ ਕੇ ਵੇਖੋ, ਜਿਨ੍ਹਾਂ ਨੂੰ ਆਪਾਂ ਆਪ ਦੇ ਗੁਰੂ ਮੰਨਦੇ ਹਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਿੰਘ ਅਖਵਾਉਂਦੇ ਹਾਂ,
ਉਹਨਾਂ ਦੀ ਬਾਣੀ ਵੀ ਪੜ੍ਹ ਕੇ ਵੇਖੀਏ। ਮਹਾਰਾਜ ਨੇ ਆਖਿਆ ਹੈ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਮੁਸਲਮਾਨ ਹੈ। ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਜਾਤ ਤਾਂ ਮਨੁੱਖ ਦੀ ਹੈ ਨਾ, ਬੰਦੇ ਦੀ ਹੈ। ਧਰਮ ਦੀਆਂ ਮੰਡੀਆਂ ਤਾਂ ਇਨਸਾਨ ਨੇ ਪਾਈਆਂ ਹੋਈਆਂ ਨੇ, ਬੰਦੇ ਨੇ ਆਪਣਾ, ਪਰਮਾਤਮਾ ਨੇ ਤਾਂ ਕੋਈ ਵੰਡੀ ਨਹੀਂ ਪਾਈ। ਬੰਦਾ ਤਾਂ ਇੱਕੋ ਜਿਹਾ ਹੀ ਰੱਬ ਨੇ ਬਣਾਇਆ। ਉਹ ਕਿਸੇ ਨੇ ਆਪ ਦੀਆਂ ਮੁੱਛਾਂ ਕੱਟ ਲਈਆਂ ਅਤੇ ਠੋਡੀ ਨੰਗੀ ਕਰ ਲਈ, ਦਾੜੀ ਕੱਟ ਲਈ, ਪਾਸੇ ਪਾਸੇ ਰੱਖ ਲਈ, ਉਹ ਕਹਿੰਦਾ ਮੈਂ ਮੁਸਲਮਾਨ। ਕਿਸੇ ਨੇ ਤਿਲਕ ਮੱਥੇ 'ਤੇ ਲਾ ਲਿਆ ਅਤੇ ਸਾਰਾ ਸਿਰ ਬਣਾ ਕੇ ਵਿੱਚ ਦੀ ਬੋਦੀ ਰੱਖ ਲਈ, ਉਹ ਕਹਿੰਦਾ ਮੈਂ ਹਿੰਦੂ ਹਾਂ ਜੀ। ਤੂੰ ਕੌਣ ਦੇ ਮੈਂ ਕੌਣ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਕਬੀਰ ਸਾਹਿਬ ਜੀ ਕਹਿੰਦੇ ਗੁਰਮੁਖੋ ਤੁਸੀਂ ਤਾਂ ਗੁਰਮੁਖ ਬਣੋ। ਜੇ ਤੁਸੀਂ ਰੱਬ ਨੂੰ ਮੰਨਣ ਵਾਲੇ ਹੋ ਤੇ ਤੁਸੀਂ ਤਾਂ ਝਗੜੇ ਨਾ ਕਰੋ, ਤੁਸੀਂ ਤਾਂ ਸ਼ਾਂਤੀ 'ਚ ਰਹੋ। ਇਸ ਲਈ ਕਬੀਰ ਕਰਮ ਕਰੀਮ ਕਾ, ਕਬੀਰ ਜੀ ਸਾਹਿਬ ਜੀ ਕਹਿੰਦੇ ਨੇ ਵੀ ਜਿੰਨਾ ਵੀ ਸੰਸਾਰ ਹੈ ਇਹ ਸਾਰਾ ਹੀ ਕਿਰਪਾਲੂ ਪਰਮਾਤਮਾ ਦਾ ਹੈ। ਪੰਜੇ ਉਂਗਲਾਂ ਵੇਖੋ ਇੱਕੋ ਜਿਹੀਆਂ ਨਹੀਂ ਹਨ, ਪੰਜਾਂ ਉਂਗਲਾਂ ਦੇ ਵਿੱਚ ਹੀ ਫਰਕ ਹੈ। ਅਤੇ ਦੁਨੀਆ ਸਾਡੇ ਵਰਗੀ ਕਿੱਥੋਂ ਬਣ ਜਾਊਗੀ ਜੇ ਆਪਾਂ ਆਖੀਏ ਵੀ ਆਪ ਦੇ ਵਰਗੇ ਸਾਰੇ ਬਣਾ ਲਈਏ। ਇਹੀ ਝਗੜਾ ਨਾ ਕਿ ਮੇਰੇ ਵਰਗੇ ਤੁਸੀਂ ਨਹੀਂ ਬਣਦੇ, ਤੁਹਾਡਾ ਝਗੜਾ ਵੀ ਤੁਹਾਡੇ ਵਰਗਾ ਮੈਂ ਨਹੀਂ ਬਣਦਾ। ਝਗੜਾ ਤਾਂ ਇਸੇ ਗੱਲ ਦਾ ਹੀ ਹੈ। ਮੈਂ ਚਾਹੁੰਦਾ ਤੁਸੀਂ ਸਾਰੇ ਮੇਰੇ ਵਰਗੇ ਬਣ ਜਾਓ, ਤੁਸੀਂ ਚਾਹੁੰਦੇ ਹੋ ਵੀ ਸਾਡੇ ਵਰਗਾ ਇਹ ਬਣ ਜਾਏ। ਫਿਰ ਉੱਥੇ ਝਗੜਾ ਪੈਦਾ ਹੁੰਦਾ ਪਿਆ, ਇੱਕ ਦੂਜੇ ਦੀ ਮੰਨਦੇ ਨਹੀਂ। ਕਬੀਰ ਜੀ ਕਹਿੰਦੇ ਗੁਰਮੁਖੋ ਦੁਨੀਆ ਰੱਬ ਨੇ ਬਣਾਈ ਹੈ, ਜਿਸ ਤਰ੍ਹਾਂ ਦੀ ਬਣਾਈ ਹੈ ਉਸੇ ਤਰ੍ਹਾਂ ਦੀ ਰਹਿਣੀ ਹੈ। ਝਗੜਾ ਨਾ ਕਰੋ ਵੀਰ ਬਣ ਕੇ। ਇਹ ਕਿਰਪਾਲੂ ਪਰਮਾਤਮਾ ਦਾ ਸਾਰਾ ਸੰਸਾਰ ਹੈ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤੂ ਦੋਤ ਪਏ ਜਿਉਂ ਚੱਲੇ ਜਿਉਂ ਜਿਉਂ ਉਹਦਵੇਂ ਹਾਣੀਆਂ। ਤਾਂ ਇਸ ਤਰੀਕੇ ਦੇ ਨਾਲ ਕਬੀਰ ਸਾਹਿਬ ਜੀ ਕਹਿੰਦੇ ਸਭ ਕੁਛ ਵਾਹਿਗੁਰੂ ਦਾ ਹੈ, ਸਾਰਿਆਂ ਦੇ ਸੁਭਾਅ ਉਹਦੇ ਅਧੀਨ ਨੇ। ਆ ਜਿੰਨੇ ਵੀ ਜੋ ਵੀ ਕੁਛ ਹੈ ਇਹ ਸਭ ਕੁਛ ਪਰਮਾਤਮਾ ਦੀ ਕੁਦਰਤ ਹੈ। ਉਹ ਪਰਮਾਤਮਾ ਆਪ ਹੀ ਸਭਨਾਂ ਨੂੰ ਉਤਪੰਨ ਕਰਦਾ ਹੈ, ਆਪ ਹੀ ਪਾਲਣਾ ਕਰਨੀ ਜਾਣਦਾ, ਫਿਰ ਆਪ ਹੀ ਲੈਤਾ ਕਰਦਾ ਹੈ। ਇਸੇ ਪ੍ਰਕਾਰ ਪਰਮਾਤਮਾ ਜਿਸ 'ਤੇ ਕਰਮ ਅਨੁਗ੍ਰਹ ਕਰਦਾ ਹੈ ਉਹ ਜਪ ਤਪ ਆਦਿਕ ਸਾਧਨਾ ਨੂੰ ਕਰਦਾ ਹੈ। ਸਾਧਨ ਕਰਕੇ ਉਹ ਪਰਮਾਤਮਾ ਨੂੰ ਜਾਣ ਲੈਂਦਾ ਹੈ। ਇਉਂ ਕਾਜੀ ਦੇ ਪੰਡਤ ਕਬੀਰ ਸਾਹਿਬ ਜੀ ਨੇ ਝਗੜਾ ਕਰਦੇ ਤੋਂ ਹਟਾਏ, ਉਹਨਾਂ ਨੂੰ ਨਿਰਤਰ ਕੀਤਾ। ਉਹ ਵਿਚਾਰੇ ਦੋਵੇਂ ਸ਼ਰਮਿੰਦੇ ਹੋ ਗਏ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਅਨੇਕਾਂ ਨੇ ਇਹ ਪਾਵਨ ਉਪਦੇਸ਼ ਕਮਾ ਕੇ ਆਪ ਦਾ ਮਨੁੱਖਾ ਜਨਮ ਸਫਲ ਕੀਤਾ। ਇਉਂ ਜੇ ਅਸੀਂ ਵੀ ਕਬੀਰ ਸਾਹਿਬ ਜੀ ਦਾ ਇਹ ਉਪਦੇਸ਼ ਧਾਰਨ ਕਰ ਲਈਏ ਤਾਂ ਸਾਡੇ 'ਤੇ ਵੀ ਗੁਰੂ ਸਾਹਿਬ ਦੀ ਕਿਰਪਾ ਹੋ ਸਕਦੀ ਹੈ। ਅੱਗੇ ਭਗਤ ਨਾਮਦੇਵ ਜੀ ਦਾ ਇਹ ਪਾਵਨ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਭਗਤ ਨਾਮਦੇਵ ਜੀ ਪਰਮਾਤਮਾ ਦੀ ਅੱਗੇ ਬੇਨਤੀ ਪੂਰਵਕ ਸ਼ਬਦ ਉਚਾਰਦੇ ਨੇ। ਕਬੀਰ ਸਾਹਿਬ ਜੀ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸਭਨਾਂ 'ਚ ਭਗਵਾਨ ਵਸਦਾ ਹੈ, ਪਰ ਹੁਣ ਸਾਨੂੰ ਦਿਖਦਾ ਨਹੀਂ। ਅਤੇ ਆਪਾਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ, ਇਹ ਸੱਚੇ ਪਾਤਸ਼ਾਹ ਮੈਂ ਅੰਨਾ ਹਾਂ, ਮੈਨੂੰ ਨਹੀਂ ਜੇ ਦਿਖਦਾ। ਐਵੇਂ ਝੂਠ ਨਹੀਂ ਬੋਲਣਾ, ਝੂਠ ਜਿੰਨਾ ਮਰਜ਼ੀ ਬੋਲ ਲਓ, ਫਾਇਦਾ ਕੋਈ ਹੈ ਨਹੀਂ। ਤੁਸੀਂ ਕਹਿੰਦੇ ਤਾਂ ਹੋ ਵੀ ਸਭਨਾਂ 'ਚ ਭਗਵਾਨ ਵਸਦਾ ਹੈ, ਸਾਨੂੰ ਤਾਂ ਗੁਰਦੁਆਰਿਓਂ ਨਹੀਂ ਅੱਜ ਤੱਕ ਦਿਖਿਆ। ਝੂਠ ਨਹੀਂ ਬੋਲਣਾ, ਸੱਚੀ ਗੱਲ ਹੈ ਮਹਾਰਾਜ, ਅਸੀਂ ਅੰਨੇ ਹਾਂ। ਯਾਨੀ ਕਿ ਮਨ ਅਤੇ ਬੁੱਧ ਰੂਪ ਨੇਤਰਾਂ ਦੇ ਵਿੱਚ ਗਿਆਨ ਦੀ ਨਿਗਾਹ ਨਹੀਂ ਹੈ। ਜਪਜੀ ਸਾਹਿਬ ਜਾਂ ਤਾਂ ਪੜ੍ਹਿਆ ਨਹੀਂ, ਜਾਂ ਪੜ੍ਹ ਕੇ ਵਿਚਾਰਿਆ ਨਹੀਂ, ਜਾਂ ਉਹਦੇ 'ਤੇ ਅਮਲ ਨਹੀਂ ਕੀਤਾ,
कमाई नहीं की। महाराज का बचन है ज्ञान खंड में ज्ञान प्रचंड, तिथे नाद विनोद कोड आनंद, सर्म खंड की बाणी रूप, तिथे घाड़त कड़िए बहुत अनूप, ताकियां गल्लां कथियां ना जाहे, जे को कहे पिछे पछताए, तिथे कड़िए सुरत मत मन बुद्ध, तिथे कड़िए सुरसदा की सुध, कर्म खंड की बाणी जोर, तिथे होर न कोई होर, तिथे लो लो आकार, जिब जिब हुक्म तिवै तिवकार। ਸਾਨੂੰ ਤਾਂ ਕਦੀ ਪ੍ਰਕਾਸ਼ ਦਿਖਿਆ ਨਹੀਂ ਜੀ, ਸਾਡੀਆਂ ਅੱਖਾਂ ਅੱਗੇ ਹਮੇਸ਼ਾ ਹੀ ਹਨੇਰਾ ਰਹਿੰਦਾ ਹੈ। ਇਹ ਮਾਲਕ ਪਰਮਾਤਮਾ ਮੈਂ ਅੰਨਾ ਹਾਂ ਜੀ, ਮੇਰੇ ਮਨਬੁੱਧ ਰੂਪ ਨੇਤਰਾਂ ਦੇ ਵਿੱਚ ਵਿਚਾਰ ਦੀ ਨਿਗਾਹ ਨਹੀਂ ਹੈ, ਪਰ ਤੂੰ ਮੇਰੇ ਅੰਨੇ ਦੀ ਡੰਗੋਰੀ ਹੈ, ਮੇਰੇ ਅੰਨੇ ਦੀ ਓਟ ਹੈ। ਖੁੰਦਕਾਰ ਦਾ ਅਰਥ ਹੈ ਹੇ ਸਰਬ ਦੇ ਮਾਲਕ ਪਰਮੇਸ਼ਰ, ਜਿਵੇਂ ਖੁੰਦਕਾਰ ਧੋਬੀ ਦੇ ਪਟੜੇ ਦਾ ਕਿੱਲਾ ਉਸ ਪਟੜੇ ਦਾ ਆਸਰਾ ਹੁੰਦਾ, ਇਉਂ ਸਨਮੁਖ ਬਿਰਤੀ ਜੋੜਨ ਵਾਸਤੇ ਅਤੇ ਲੋਕ ਪਰਲੋਕ ਦੇ ਵਿੱਚ ਤੇਰਾ ਨਾਮ ਹੀ ਸਾਡਾ ਖੁੰਦਕਾਰਾ ਆਸਰਾ ਹੈ। ਜਾਂ ਖੁੰਦਕਾਰ ਇਹ ਸੱਤਾਂ ਮਲੈਤਾਂ ਦੇ ਪਾਤਸ਼ਾਹ, ਜੋ ਸੱਤਾਂ ਮਲੈਤਾਂ ਦਾ ਪਾਤਸ਼ਾਹ ਹੋਵੇ ਉਹਦਾ ਨਾਮ ਹੈ ਖੁੰਦਕਾਰਾ। ਇਉਂ ਸੱਤ ਪਤਾਲ ਅਤੇ ਸੱਤ ਆਕਾਸ਼ ਭਾਵ ਸਾਰੇ ਬ੍ਰਹਮੰਡਾਂ ਦੇ ਵਿੱਚ ਤੇਰਾ ਨਾਮ ਪਾਤਸ਼ਾਹ ਦੀ ਤਰ੍ਹਾਂ ਚੱਲਦਾ। ਇਕੱਲੇ ਅਸੀਂ ਉਹ ਹੀ ਨਹੀਂ ਮੰਨਦੇ, ਬੰਗ ਕੇ ਬੰਗਾਲੀ, फिर हंग के फरंगा वाली, दिल्ली के दिलवाली तेरी आज्ञा में चलत है, रो के रोहेले माघ देश के मंगेले वीर, बंग सी बंदेले पाप पुंज को मलत है। ये पौड़ी दे विच ये भी आउंदा है कि चीन मचीन के सीस नियाम है। जिन्ने देशों वाले ने आपदो अपनी बोली अनुसार सारे उस परमात्मा नूं ध्याउंदे ने, सारे उन्होंने मनते ने। तू सारियां दा मालक सच्चा पातशाह है, सत भूमिका की टेक देने वाला तेरा नाम ही साडा पातशाह है। अमुल गुण अमुल व्यापार, अमुल व्यापारी अमुल भंडार, तेरे अमुलक गुण ने। सो पातशाह हो साहा पात साहिब, नानक रहन रजाए। तू तो पातशाह है पर मैं शुभ गुणा रूप धन तो हीना, दीन गरीब हाँ, साधना वालों भी मस्कीन कंगाल हाँ, अत्यंत ही गरीब हाँ। मैनू एक तेरे नाम का ही आसरा है, तेरा नाम ही मैनू आसरा रूप है जी। उंज मेरे च गुण कोई नहीं है, पर जद असी बाणी की हजूरी च बैठते हैं तो सब दुनिया ने इउं जापदा भी ये तो बड़े गुणा वाला है। जिवें सूरज के कोल जाण तो प्रकाश ही प्रकाश हो जाता है, चीज़ चमकन लग पैंदी है, तारे भी चमकते हैं, सब कुछ चानण ही चानण हो जाता है। क्यों जिन्ना चिर तो गुरु ग्रंथ साहिब के कोल रहीदा, महाराज का चानण साडे ते पैंदा ते इउं जापदा लोकां नूं भुलेखा खड़ा हो जाता, पता नहीं संत ही है, ये वर्गा तो कोई है नहीं, इन्ने गुण ने। पर ज्यों ही लांभे होईदा है उदों सब कुछ ही तमाम हो जाता। जे तो बंदा बाणी नाल जुड़िया रहे तो फिर तो चढ़दी कला रहिंदी है, तो जे भुलेखा पै जाए भी मेरे वर्गा तो कोई दुनिया च रब ही नहीं, घर घर होए बहे है रामा मैं खुद भगवान हाँ, मैं तो खुदा हाँ, उदों फिर गुण घट जाते हैं। बाणी जे छड्ड बैठे फिर उस तरह ही फिर बाद दे विच महाराज इंसान उहदी आप दी औकात चेते कराउंदा। इउं हमेशा बाणी दे चानण विच रह के ते अरदास बेनती करते रहना चाहिए। ये महाराज तेरा नाम साडे लई आसरा है, तेरी बाणी तेरा नाम शुभ गुणा का खजाना है। उंज मैं गरीब हाँ, मैं मस्कीन हाँ, मेरे पल्ले है कख नहीं, ते पर जद तेरी बाणी या तेरे नाम नाल जुड़ीदा तो फिर महाराज असी बागो बाग हो जाते हैं। ज्ञानी संत सिंह जी ने आपदा तखल्लस ही मस्कीन रखा लिया सीगा, सारे उन्होंने मस्कीन जी के नाम नाल जानते हैं, नाम भावें कोई ना जानता होए।
मतलब कहण तो भाई गुरदास जी ने भी आख्या है, कहते हों अपराधी गुनहगार हों बेमुख मंदा, चोर जार जुआर हों पर कर जो हंदा, निंदक दुष्ट हराम खोर ठग देश ठगंदा। सो भावें सारे गुण सन भाई गुरदास जी दे विच, पर फिर भी उन्होंने सारे अवगुणां नूं आप दे उपर टिका के अरदास बेनती की है कि सिमर मुरीदां ढाडियां सतगुर बख्शन दा, सतगुरु बख्शन हार है, जो मेरे ढाडी नूं भी बख्श लएगा, क्यों तू पातशाह है, आपां गरीब हाँ, सानू एक तेरे नाम का ही आसरा है जी। हों पापी तू बख्शन हार। सोरठ महला पंजवा। हम मैले तुम उज्जल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन, निको ठाकुर देसा। तुम निधान अटल सुल्तान, जिय जन सब जाचै, कहो नानक हम यह अवल, राख संतन के पाचै। तो इंज महाराज संतां दी शरण दे पिछे, संतां दी चरनां पिछे सानू भी रख लै जी। विश्राम दे कर फुरमान करदे ने, हे परमेश्वर तू कृपालु स्वरूप है, रहम दिल वाला है, अलख स्वरूप ते सबना दा तनी भाव मालक है। या मैं तेनों कृपाल रहम दिली ते अलख स्वरूप समझिया विचारिया है। हे परमेश्वर तू नेड़े है, हाजिर सामने ते हजूर नेड़े है। हर मेरे अंदर अगे बाहर भी तू ही व्यापक है, तू ही दाता है। हे परमेश्वर तू आप ही प्रतख दरिया रूप है, अति आप ही दाता रूप है। इसी प्रकार तू आप ही संसार रूप दरिया समुंदर है, तू ही शुभ गुणा रूपी अगाध समुंदर है। इसी प्रकार तू आप ही गुरु रूप द्रवीभूत है, दरिया की तरह ढलन पसीजन वाला है। तू आप ही ब्रह्म ज्ञान भुगत मुगत की दात देन वाला है। अते तू ही वड्डा धनवान या वड्डी तुरिया पदरू पदवी देन वाला मालक है। हे महाराज सारे जीवां नूं जिंदगी रोजी आदक देन वाला ते सारियां दी जिंद लैण वाला एक तू ही मालक है। सबनां नूं तू ही सवास अते जान बख्शी हुई है ते आप ही तू लैण वाला है। इसे प्रकार अपने भगतां दी शरधा भावना लैके उन्हां नूं ब्रह्म ज्ञान देण वाला एक तू ही है। कोई रोटी खवा सकता है एक दिन या 2 दिन, सारी उम्र तो मां नहीं दिंदी। वो भी कहती है भी हुण मैं ठेका थोड़ो लिया तेरा। चलो जे कोई खवा भी देवे तो कोई वड्डी गल नहीं है। साध संगत जीओ कोई पैसे दे सकता है, ये कोई वड्डी गल नहीं है। पूड़ियाँ छोले सस्तियां चीज़ां जिथों मर्जी तुसीं खा लो, कोई इलाज फ्री करा सकदा। जिवें अजकल ये बहुत वड्डियां गल्लां चल रही हैं भी फलानी जगह ते जी खाण पीण नूं बड़ा सस्ता है, उत्थे इलाज फ्री हुंदा। आपां तां गुरुद्वारा छड्ड के ते डेरे गए हाँ
ਇਹੋ ਜਿਹੀਆਂ ਚੀਜ਼ਾਂ ਤਾਂ ਬਹੁਤ ਕੁਛ ਹਨ ਦੁਨੀਆ ਵਿੱਚ, ਜਿੱਥੋਂ ਮਰਜ਼ੀ ਜੋ ਮਰਜ਼ੀ ਲੈ ਲਓ। ਜਦ ਕਬੂਤਰ ਨੂੰ ਪਕੜਨਾ ਹੋਵੇ ਤਾਂ ਸ਼ਿਕਾਰੀ ਦਾਣਾ ਪਾਉਂਦਾ ਹੈ। ਤੁਸੀਂ ਵੇਖੋ ਵੀ ਦਾਣੇ ਚੁਗਦੇ ਚੁਗਦੇ ਵਿਚਾਰੇ ਭੋਲੇ ਪੰਛੀ ਜਾਲ 'ਚ ਫਸ ਜਾਂਦੇ ਨੇ, ਨਿਆਣੇ ਭਾਵੇਂ ਪਿੱਛੇ ਰੋਂਦੇ ਰਹਿਣ। ਤਾਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਫੜਨ ਵਾਸਤੇ, ਕਾਬੂ ਕਰਨ ਲਈ ਕੁਛ ਨਾ ਕੁਛ ਤਾਂ ਸੁੱਟਣਾ ਹੀ ਪਊਗਾ। ਮਹਾਰਾਜ ਨੇ ਦਾਣਾ ਨਹੀਂ ਪਾਇਆ, ਸੁੱਟਿਆ ਕੁਛ ਨਹੀਂ। ਆਖਿਆ ਪੁੱਤ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਸਿਰ ਵੱਡਿਆਂ ਦੀ ਕਲਾਸ ਹੈ। ਇਹ ਕਲਾਸ ਦੇ ਵਿੱਚ ਅਟੈਂਡੈਂਸ ਹੀ ਸਿਰ ਵੱਡਿਆਂ ਦੀ ਲੱਗਦੀ। ਮਾਫ਼ ਕਰਨਾ, ਜਿਹਦੇ ਧਾੜ ਦੇ ਉੱਪਰ ਸਿਰ, ਉਹਦੀ ਅਟੈਂਡੈਂਸ ਨਹੀਂ ਲੱਗੂਗੀ। ਇਹ ਗਲੀ ਦਾ ਵਿਦਿਆਰਥੀ ਨਹੀਂ ਉਹ ਕਹਾ ਸਕਦਾ, ਜਿੰਨਾ ਮਰਜ਼ੀ ਤੁਰਿਆ ਫਿਰ। ਭਾਈ ਗੁਰਦਾਸ ਜੀ ਨੇ ਆਖਿਆ ਹੈ, ਮੁਰਦਾ ਹੋਏ ਮੁਰੀਦ, ਜੇ ਮੁਰੀਦ ਬਣਨਾ ਤਾਂ ਮਰਨਾ ਪਊਗਾ। ਜਿਉਂਦਾ ਬੰਦਾ ਗੁਰਦੁਆਰੇ ਆਪ ਦਾ ਨਾਂ ਲਿਖਾ ਹੀ ਨਹੀਂ ਸਕਦਾ। ਜਿਉਂਦੇ ਬੰਦੇ ਦੀ ਕਲਾਸ ਹੈ ਹੀ ਨਹੀਂ ਹੈ। ਇੱਥੇ ਅਟੈਂਡੈਂਸ ਮਰਿਆਂ ਦੀ ਲੱਗਦੀ ਹੈ। ਮਾਫ਼ ਕਰਨਾ, ਜਿਹੜਾ ਜੀਵਤ ਭਾਵ ਤੋਂ, ਆਪ ਦੇ ਹਉਮੈ ਹੰਕਾਰ ਤੋਂ ਮਰ ਚੁੱਕਾ ਹੈ, ਲੋਭ ਲਾਲਚ ਤੋਂ ਜਿਹੜਾ ਰਹਿਤ ਹੈ, ਨਿਸ਼ਕਾਮੀ ਪੁਰਸ਼ ਹੈ, ਉਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਤਾਂ ਗੁਰੂਆਂ ਨੇ ਕਸਵੱਟੀ ਰੱਖੀ ਤਾਂ ਅੰਮ੍ਰਿਤ ਛਕਾਇਆ ਹੈ। ਜਦ ਵੀ ਗੁਰਤਾ ਗੱਦੀ 'ਤੇ ਬਿਠਾਲਦੇ ਸੀ, ਕਈ ਪਰਖਾਂ ਕਰਦੇ ਸਨ। ਸਾਰੇ ਭਗਤਾਂ ਦੇ ਕਸਵੱਟੀਆਂ ਲੱਗੀਆਂ ਨੇ। ਅਤੇ ਤੁਸੀਂ ਵੇਖੋ ਵੀ ਲਾਲਚ ਦਿੱਤਾ, ਆਪਾਂ ਖਾਣ ਪੀਣ ਦੇ ਮਗਰ ਹੀ ਗੁਰਦੁਆਰਾ ਛੱਡ ਕੇ ਬੈਠ ਜਾਂਦੇ ਹਾਂ। ਸਤਿਗੁਰੂ ਰਹਿਮਤ ਕਰਨ। ਅਤੇ ਇਸ ਵਾਸਤੇ ਦੇਹ ਲੇਹ ਏਕ ਤੋਂ, ਕੋਈ ਵੀ ਬੰਦਾ ਜਿੰਨਾ ਮਰਜ਼ੀ ਉਹ ਅਮੀਰ ਹੋਵੇ, ਜਿੰਨਾ ਮਰਜ਼ੀ ਉਹ ਗੁਰੂ ਸਾਹਿਬ ਹੋਵੇ, ਸਾਧ ਸੰਗਤ ਜੀ ਉਹ ਰੋਟੀ ਦੇ ਸਕਦਾ, ਮਕਾਨ ਬਣਾ ਕੇ ਦੇ ਸਕਦਾ, ਲੀੜਾ ਕੱਪੜਾ, ਪੈਸੇ ਦੇ ਸਕਦਾ, ਪਰ ਬ੍ਰਹਮ ਗਿਆਨ ਦੀ ਦਾਤ ਨਹੀਂ ਜੇ ਕੋਈ ਦੇ ਸਕਦਾ। ਉਚਾਰਨ ਕਰੋ ਸਤਨਾਮ ਸ੍ਰੀ। ਜੇ ਕੋਈ ਦੇ ਸਕਦਾ ਤਾਂ ਚਲੋ ਮੈਂ ਤੁਹਾਡੇ ਨਾਲ ਚੱਲਦਾ। ਲੱਖ ਰੁਪਈਆ ਚੁੱਕੋ, 2 ਲੱਖ ਚੁੱਕੋ, 3 ਲੱਖ ਚੁੱਕੋ, 5 ਲੱਖ ਦੇਣ ਨੂੰ ਤਿਆਰ ਹਾਂ, ਪਰ ਕੋਈ ਬ੍ਰਹਮ ਗਿਆਨ ਦੇ ਦੇ? ਬਿਲਕੁਲ ਨਹੀਂ। ਕੋਈ ਬ੍ਰਹਮ ਗਿਆਨ ਨਹੀਂ ਦੇ ਸਕਦਾ ਸਿਵਾਏ ਮਹਾਰਾਜ ਸੱਚੇ ਪਾਤਸ਼ਾਹ ਤੋਂ। ਇੱਥੇ ਕੋਈ ਪੈਸੇ ਦੀ ਖੇਡ ਨਹੀਂ। ਇੱਥੇ ਤਾਂ ਪਿਆਰ, ਸ਼ਰਧਾ ਅਤੇ ਮਹਾਰਾਜ ਦਾ ਸਿਮਰਨ ਭਜਨ, ਸਿਦਕ ਚਾਹੀਦਾ, ਸਾਧ ਸੰਗਤ ਜੀ ਉਹ ਸੰਤੋਖ ਚਾਹੀਦਾ। ਇਹ ਚੀਜ਼ਾਂ ਲੈ ਕੇ ਤਾਂ ਫਿਰ ਮਹਾਰਾਜ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਹਨ। ਹੇ ਸੱਚੇ ਪਾਤਸ਼ਾਹ, ਤੈਥੋਂ ਬਿਨਾਂ ਸਾਡਾ ਕੋਈ ਦੂਜਾ ਆਸਰਾ ਨਹੀਂ ਹੈ, ਕਿਉਂਕਿ ਬ੍ਰਹਮ ਗਿਆਨ ਤਾਂ ਤੂੰ ਹੀ ਬਖਸ਼ਿਸ਼ ਕਰਨੇ ਵਾਲਾ ਹੈ। ਜਿਹੜੇ ਕਹਿੰਦੇ ਨੇ ਵੀ ਤੁਹਾਨੂੰ ਚਾਨਣ ਦਿਖਾਉਂਦੇ ਆ, ਉਹ ਬਿਲਕੁਲ ਝੂਠ ਬੋਲਦੇ ਨੇ, ਬਿਲਕੁਲ ਝੂਠ, ਕੋਰਾ ਝੂਠ। ਕੋਈ ਕਹਿੰਦਾ ਮੇਰੇ 'ਚ ਬਾਬਾ ਦੀਪ ਸਿੰਘ ਆਉਂਦਾ, ਕੋਈ ਕੁਛ। ਬਾਬਾ ਦੀਪ ਸਿੰਘ ਵਿਹਲਾ ਥੋੜ੍ਹਾ ਤੁਹਾਡੇ 'ਚ ਆਉਣ ਲਈ, ਉਹਨੂੰ ਗੁਰਦੁਆਰਾ ਨਹੀਂ ਦਿਖਿਆ। ਉਹ ਲੋਕਾਂ ਦੇ ਘਰਾਂ 'ਚ ਜਾਂ ਕਦੇ ਮੜੀਆਂ ਮਸਾਣਾਂ ਜਾਂ ਦੂਜਿਆਂ 'ਚ ਤੁਰਿਆ ਫਿਰਦਾ। ਉਹ ਭੂਤ ਨਾ ਥੋੜ੍ਹਾ ਆ, ਮਾਫ਼ ਕਰਨਾ, ਉਹ ਤਾਂ ਪਵਿੱਤਰ ਆਤਮਾਵਾਂ ਨੇ। ਤਾਂ ਇਸ ਵਾਸਤੇ ਮਹਾਰਾਜ ਦੇ ਵਿੱਚ ਭੇਦ ਹਨ। ਦੁਨੀਆ ਬਿਲਕੁਲ ਕੋਰਾ ਝੂਠ ਬੋਲਦੀ ਜੇ ਪੈਸੇ ਗਿਰਾਉਣ ਖਾਤਰ। ਸੋ ਇੱਕੋ ਇੱਕ ਸੱਚਾ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ, ਇਹਨਾਂ ਦੀ ਬਾਣੀ ਪੜ੍ਹੋ। ਜੇ ਆਪ ਨੂੰ ਕੁਛ ਚਾਹੀਦਾ, ਤੂੰ ਆਪ ਹੀ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਗਿਆਤਾ, ਅਤੇ ਤੂੰ ਆਪ ਹੀ ਸਭਨਾਂ ਦੇ ਗੁਪਤ ਪ੍ਰਤੱਖ ਕੰਮਾਂ ਨੂੰ ਵੇਖਣ ਵਾਲਾ ਦ੍ਰਿਸ਼ਟਾ ਰੂਪ ਹੈ। ਮੈਂ ਕੀ ਨਿਰਣਾ ਕਰਕੇ, ਵਿਚਾਰ ਕਰਕੇ, ਕਥਾ ਕਰਕੇ ਤੁਛ ਜੀਵ ਤੇਰੇ ਬਾਰੇ ਦੱਸ ਸਕਦਾ ਜਾਂ ਸਮਝਾ ਸਕਦਾ। ਸਮਝਣ ਸਮਝਾਉਣ ਵਾਲੀ ਕੋਈ ਬਾਤ ਨਹੀਂ ਇੱਥੇ ਤਾਂ। ਸੋ ਨਾਮ ਭਜਨ ਸਿਮਰਨ ਕਰਨ ਵਾਲਿਆਂ ਦੇ ਬੇੜੇ ਪਾਰ ਹਨ। ਭਗਤ ਨਾਮਦੇਵ ਜੀ ਆਂਦੇ ਨੇ ਵੀ ਸਾਡੇ ਜਨਾਂ ਦੇ ਸੁਆਮੀ ਮਾਲਕ हे हरि परमेश्वर, एक तू ही बख्शिश करने वाला है, तू ही बख्शिंद है, मेरे ताई भी तू बख्शना कर। सचखंड हरमंदर साहब सारे आके मत्था टेकते ने, नमस्कार करते हैं। कोई भी वड्डे तो वड्डा है, सब गुरु ग्रंथ साहब नूं सिर झुकाउंदे ने। तो क्यों ना, जिवें पावन श्री लहणा जी ज्वाला देवी की यात्रा छड्ड के ते
ਤੇ ਗੁਰੂ ਨਾਨਕ ਸਾਹਿਬ ਦੇ ਚਰਨੀ ਢਹਿ ਪਏ ਸੀ। ਆਪਾਂ ਵੀ ਕਿਉਂ ਨਾ ਸਿੱਧੇ ਗੁਰੂ ਮਹਾਰਾਜ ਦੇ ਲੜ ਲੱਗੀਏ, ਅੰਮ੍ਰਿਤ ਛਕੀਏ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹੀਏ, ਸੁਣੀਏ, ਵਿਚਾਰੀਏ ਤੇ ਮਹਾਰਾਜ ਦੇ ਚਰਨਾਂ 'ਚ ਹੀ ਅਰਦਾਸ ਕਰਕੇ ਗੁਰੂ ਦੇ ਕੋਲੋਂ ਬਖਸ਼ਿਸ਼ਾਂ ਲਈਏ ਜੀ। ਭੁੱਲਾਂ ਚੁੱਕਾਂ ਮਾफ़ ਕਰਨੀਆਂ, ਅੱਗੇ ਤੋਂ ਸਮਤ ਬਖਸ਼ਣੇ। ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ, ਨਾਮੇ ਚੇ ਸੁਆਮੀ ਬਖਸ਼ੰਦ ਤੂੰ ਹਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।